ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਿਤ ਆਨੰਦ ਪਰਮਾਤਮਾ ਦੇ ਪੁਰੀ ਬਸ਼ਮਤਾ ਸਾਪੁਰਸ਼ਾ ਸ਼੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਆ। ਜੋ ਵੀ ਗੁਰਸਿੱਖ ਪਿਆਰੇ ਆਪ ਜੀ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ। ਸਭ ਧੰਨ ਭਾਗੀ ਹੋ, ਧੰਨਤਾ ਦੇ ਯੋਗ ਹੋ। ਪਿੰਨੀ ਰਹਿਣੜੀਏ ਚਮਕਣ ਤਾਰੇ ਜਾਗਨ ਸੰਤ ਜਨਾ ਮੇਰੇ ਰਾਮ ਪਿਆਰੇ। ਬੇਅੰਤ ਦੁਨੀਆ ਹੈ, ਜਿਹੜੇ ਉਹਦੇ ਨੇ ਨਾ ਪਿਆਰੇ, ਜਿਹੜੇ ਨੇ ਜਿਨ੍ਹਾਂ ਦਾ ਸਨੇਹ ਹੈ ਉਹ ਜਾਗਦੇ ਨੇ। ਇੱਕੋ ਇੱਕ ਸਾਧਨ ਹੈ ਰੱਬ ਨਾਲ ਮਿਲਣ ਦਾ, ਅੰਮ੍ਰਿਤ ਵੇਲੇ ਦਾ। ਮਹਾਰਾਜ ਸਮਝਾ ਰਹੇ ਆ ਕਿ ਮੂੰਹਾਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਮੂੰਹ ਚੋਂ ਕਿਹੜੇ ਬਚਨ ਬੋਲੀਏ, ਫੇਰ ਅੱਗੇ ਰੱਖੀਐ ਜਿ ਦਿਸੈ ਦਰਬਾਰ। ਕਿਹੜੀ ਭੇਟਾ ਉਹਦੇ ਚਰਨਾਂ 'ਚ ਰੱਖੀਏ, ਮੂੰਹ ਵਿੱਚੋਂ ਕਿਹੜੇ ਬਚਨ ਬੋਲੀਏ ਕਿ ਉਹਦਾ ਦੁਆਰਾ ਮਿਲ ਜਾਏ, ਪਰਮੇਸ਼ਰ ਦਾ ਮਿਲਾਪ ਹੋ ਜਾਏ। ਸਵਾਲ ਹੈ
ਤੇ ਫਿਰ ਮਹਾਰਾਜ ਕਹਿੰਦੇ ਜੀ, ਅੰਮ੍ਰਿਤ ਵੇਲਾ ਸੱਚ ਨਾਉ। ਜੇ ਰੱਬ ਨੂੰ ਕੁਛ ਦੇਣਾ ਹੈ, ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਨਾ, ਦਾਤ ਜਿਹੜੀ ਹੈ, ਆਹ ਘੜੀਆਂ ਜਿਹੜੀਆਂ ਨੇ ਉਹਦੇ ਚਰਨਾਂ 'ਚ ਰੱਖ ਦੇ। ਭਾਵ ਆਪਣੇ ਜੀਵਨ ਦਾ ਅੰਮ੍ਰਿਤ ਵੇਲਾ ਜਿਹੜਾ ਹੈ ਉਹਦੇ ਚਰਨਾਂ 'ਚ ਗੁਜ਼ਾਰ। ਸੱਚ ਨਾਉ, ਸੱਚਾ ਨਾਮ ਜਪ। ਵਡਿਆਈ ਵਿਚਾਰ, ਵਡਿਆਈ ਕਰ ਵਿਚਾਰ ਕਰੋ ਜੀ, ਪਰਮੇਸ਼ਰ ਦੀ ਸਿਫਤ। ਫਿਰ ਜੇ ਅੰਮ੍ਰਿਤ ਵੇਲਾ ਉਹਦੇ ਚਰਨਾਂ 'ਚ ਗੁਜ਼ਾਰਾਂਗੇ, ਰੱਖਾਂਗੇ, ਕੀ ਹੋਣਾ ਹੈ? ਮਹਾਰਾਜ ਕਹਿੰਦੇ ਆ, ਕਰਮੀ ਆਵੇ ਕੱਪੜਾ ਨਦਰੀ ਮੂਖ। ਜਿਹੜੇ ਆ ਅੰਮ੍ਰਿਤ ਵੇਲੇ ਦੀ ਸਾਂਭ ਕਰਕੇ ਪ੍ਰੇਮੀਓ, ਕੋਈ ਨਾ ਕੋਈ ਭਾਵਨਾ ਹੁੰਦੀ ਆ ਨਾ, ਜਿਹੜੇ ਕੋਈ ਇੱਛਾ ਰੱਖਣਗੇ ਅੰਮ੍ਰਿਤ ਵੇਲੇ ਉੱਠ ਕੇ, ਸਕਾਮੀ ਬਣਨਗੇ। ਕਰਮੀ ਆਵੇ ਕੱਪੜਾ, ਅੰਮ੍ਰਿਤ ਵੇਲੇ ਦੀ ਸਾਂਭ ਕਰਕੇ ਕਾਮਨਾ ਕੋਈ ਰੱਖੀ, ਉੱਥੇ ਉਹਨਾਂ ਨੂੰ ਸਰੀਰ ਰੂਪੀ ਕੱਪੜਾ ਮਿਲਣਾ। ਜਿਹੜੇ ਨਿਸਕਾਮ ਹੋ ਜਾਣਗੇ, ਕੋਈ ਮੰਗਾਂ ਨਹੀਂ ਰੱਖਦੇ, ਉਹ ਪਾਵੈ ਮੋਖ ਦੁਆਰ। ਕਹਿੰਦੇ ਆ, ਮੁਕਤੀ ਦਾ ਦਰਵਾਜ਼ਾ ਮਿਲ ਜਾਣਾ। ਜਿਹਨੇ ਕਾਮਨਾ ਨਾ ਕੋਈ ਰੱਖੀ, ਉਹਨੂੰ ਰੱਬ ਮਿਲ ਜਾਣਾ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਨੀ ਹੈ ਨਿਸਕਾਮ ਹੋ ਕੇ, ਫਿਰ ਉੱਥੇ ਪਰਮੇਸ਼ਰ ਮਿਲ ਜਾਣਾ। ਜਦੋਂ ਰੱਬੇ ਮਿਲ ਗਿਆ, ਫਿਰ ਘਾਟ ਕੀ ਰਹਿ ਗਈ? ਲੜੀਵਾਰ ਕਥਾ ਆਪਾਂ ਉਹਦੀ ਕਿਰਪਾ ਦੇ ਨਾਲ ਵਿਚਾਰ ਰਹੇ ਹਾਂ। ਕੱਲ ਜੋ ਆਪਾਂ ਵਿਚਾਰਿਆ ਸੀ ਕਿ ਗੁਰੂ ਤੋਂ ਬਿਨਾਂ ਹਨੇਰੀ ਹਨੇਰਾ ਜੀਵਨ ਦੇ ਵਿੱਚ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋਣੀ, ਬੰਧਨ ਨਹੀਂ ਟੁੱਟਣੇ। ਇਹ ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ ਮਾਰੂ ਸੋਲੇ। ਦੁਨੀਆ ਕਿਤਨੇ ਹੀ ਕਰਮ ਧਰਮ ਕਰਕੇ ਮੁਕਤੀ ਮੰਗਦੀ ਫਿਰਦੀ ਆ, ਪਰ ਮੁਕਤੀ ਰੂਪੀ ਪਦਾਰਥ ਤਾਂ ਸਤਿਗੁਰਾਂ ਦੇ ਸ਼ਬਦ ਦੁਆਰਾ, ਪਰਮਾਤਮਾ ਦੀ ਸਲਾਹਣਾ ਕਰਨ ਨਾਲ ਹੀ ਮਿਲਦਾ ਹੈ। ਜਿਹੜਾ ਮੁਕਤੀ ਦਾ ਪਦਾਰਥ, ਉਹ ਗੁਰੂ ਦੇ ਸ਼ਬਦ ਦੁਆਰਾ, ਪਰਮੇਸ਼ਰ ਦੀ ਸਿਫਤ ਸਲਾਹ ਕਰਾਂਗੇ ਪ੍ਰੇਮੀਓ, ਫਿਰ ਮਿਲੂ। ਬਿਨਾਂ ਗੁਰੂ ਦੇ ਸ਼ਬਦ ਤੋਂ ਕਿਸੇ ਨੂੰ ਵੀ ਮੁਕਤੀ ਨਹੀਂ ਮਿਲਦੀ, ਭਾਵੇਂ ਦੁਨੀਆ ਕਿੰਨੇ ਹੀ ਪਰਪੰਚ ਕਰ ਪਰਮਾਈ ਹੈ, ਪਰਪੰਚ ਕਰ ਕਰਕੇ ਭਰਮੀ ਹੋਈ ਆ। ਮਹਾਰਾਜ ਕਹਿੰਦੇ ਨੇ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ, ਵਿਖਿਆ ਮਾਹੇ ਸਮਾਨ। ਜੋ ਸਤਿਗੁਰਾਂ ਦੇ ਸ਼ਬਦ ਨੂੰ ਨਹੀਂ ਜਾਣਦੇ, ਆ ਕੇ ਗੁਰਬਾਣੀ ਕੀ ਕਹਿੰਦੀ ਆ, ਨਹੀਂ ਜਾਣਦੇ ਸ਼ਬਦ ਨੂੰ, ਗੁਰਬਾਣੀ ਨੂੰ। ਕਥਨੀ ਕਹੀਏ, ਕਥਾ ਵੀ ਕਰੀ ਜਾਂਦੇ ਨੇ, ਲੋਕਾਂ ਨੂੰ ਮੱਤਾ ਵੀ ਦਿੰਦਾ ਮੇਰੇ ਵਰਗਾ। ਬਦਨੀ ਕਹੀਏ, ਕਵਿਸਤਰੀ ਵੀ ਕਰੀ ਜਾਂਦੇ ਨੇ, ਗਾਈ ਵੀ ਜਾਂਦਾ ਮੈਂ, ਲੋਕਾਂ ਨੂੰ ਸੁਣਾਉਣਾ ਵੀ ਆ, ਲੋਕਾਂ ਨੂੰ ਮੱਤਾਂ ਦਿੰਦਾ, ਗਾਉਣਾ ਵੀ ਹੈ। ਉਹ ਮਨਮੁਖ ਪੁਰਸ਼ ਜਿਹੜੇ ਨੇ ਮਾਇਆ ਵਿੱਚ ਹੀ ਸਮਾਏ ਰਹਿੰਦੇ ਨੇ, ਵਿਸ਼ੇ ਵਿਕਾਰਾਂ 'ਚ ਹੀ ਸਮਾਏ ਰਹਿੰਦੇ ਆ ਜੀ। ਉਹ ਕਹਿੰਦੇ ਆ, ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੈ ਬਿਖ ਖਾਏ। ਜੇ ਬੰਦਾ ਵੇਚਦਾ ਨਾ, ਵੱਡੇ ਤੋਂ ਵੱਡਾ ਵਿਦਵਾਨ ਵੀ, ਕਥਾਵਾਚਕ ਕਵੀਸ਼ਰ ਜੋ ਵੀ ਆ, ਢਾਡੀ ਰਾਗੀ ਜੋ ਵੀ ਆ,
ਬਾਣੀ ਕਹਿੰਦੀ ਆ। ਮਨਮੁਖ ਹੈ, ਵਿਕਰਦਾ ਕਹੀਏ ਵੇਚਦਾ, ਵੀ ਕਿੰਨੀ ਵਿਕਰੀ ਹੋ ਗਈ ਅੱਜ। ਸ਼ਬਦ ਨੇ ਨਾ ਸਾਡੇ ਪੰਜਾਬੀ ਦੇ, ਵੀ ਕੀ ਵਿਕਰੀ ਹੈ, ਕੀ ਵਿਕਰੀ ਚੱਲ ਰਹੀ ਹੈ, ਕਿੰਨੀ ਵਿਕਰੀ ਹੋ ਗਈ, ਕਿੰਨਾ ਮੁਨਾਫਾ ਹੋ ਗਿਆ, ਕਿੰਨਾ ਵਾਧਾ ਹੋਇਆ। ਭਾਵ ਕਿ ਮਨਮੁਖ ਵਿਦਿਆ ਵਿਕਰਦਾ, ਵਿਕ ਖੱਟੈ ਵਿਖ ਖਾਏ। ਉਹ ਕਹਿੰਦੇ ਵੱਡੇ ਤੋਂ ਵੱਡਾ ਵਿਦਵਾਨ ਵੀ ਮਨਮੁਖ ਹੈ, ਜੇ ਉਹ ਵੇਚਦਾ ਹੈ ਤੇ ਉਹ ਵਿਖ ਖੱਟੈ ਵਿਖ ਖਾਏ। ਉਹ ਵਿਖ ਹੀ ਖੱਟਦਾ, ਵਿਖ ਹੀ ਜ਼ਹਿਰ ਹੀ ਖੱਟਦਾ ਤੇ ਜ਼ਹਿਰ ਹੀ ਖਾਂਦਾ। ਆਖੋ ਸਤਿਨਾਮ। ਬਾਣੀ ਕਹਿੰਦੀ ਆ। ਕਥਾ ਵੀ ਕਰਦਾ ਸੋਹਣੀ ਬੰਦਾ ਮੇਰੇ ਵਰਗਾ, ਬਦਨੀ ਕਹੀਏ ਕਵੀਸਰੀ ਵੀ ਗਾਉਂਦਾ, ਵੀ ਕਿਆ ਗਲਾ ਬੰਦੇ ਦਾ। ਹੁਣ ਵੇਖੋ, ਜੇ ਕੋਈ ਬੰਦਾ ਰਾਗੀ ਆ, ਗਾਉਣ ਵਾਲਾ ਕਹਿ ਲਈਏ, ਵਧੀਆ ਕਵੀਸਰ ਹੈ, ਵੀ ਇਹ ਤੇ ਫੁੱਲ ਕਿਰਪਾ ਮਾਲਕ ਦੀ, ਵੀ ਕਿਆ ਗਲਾ ਘੁੰਮਦਾ, ਕਿਆ ਬਾਜਾ ਵਜਾਉਂਦਾ, ਬਹੁਤ ਸੋਹਣਾ ਕੀਰਤਨ ਹੈ। ਇਹ ਤਾਂ ਬਾਹਰ ਦੀਆਂ ਗੱਲਾਂ ਨੇ ਪ੍ਰੇਮੀਓ। ਹੁਣ ਜਿਹਦਾ ਕੋਈ ਬੰਦੇ ਦਾ ਸੁਰੇ ਨਹੀਂ, ਹਲ ਵਾਹੁਣ ਵਾਲਾ ਹੈ, ਜੱਟ ਵੀਰ, ਕਿਸਾਨ ਵੀਰ, ਮਜ਼ਦੂਰ ਵੀਰ, ਦਿਹਾੜੀ ਮਜ਼ਦੂਰੀ ਕਰਦਾ, ਕੋਈ ਸੁਰ ਨਹੀਂ, ਬੇਸੁਰ ਹੈ। ਇਹ ਥੋੜੀ ਆ ਕਿ ਰੱਬ ਉਹਨੂੰ ਪਿਆਰ ਨਹੀਂ ਕਰਦਾ। ਆ ਗਾਉਣਾ ਸੁਣਾ, ਕਹਿੰਦੇ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਤ ਕਰਨੀ, ਹਰ ਹਰ ਭੀਜੈ ਰਾਮ ਰਾਜ। ਜਿੰਨਾ ਕੋਈ ਬੰਦਾ ਰਾਗਾਂ ਨਾਲ ਗਾਈ ਜਾਵੇ, ਹਾਂ ਕਲਾ ਹੋ ਸਕਦੀ ਹੈ, ਵਿਦਿਆ ਹੋ ਸਕਦੀ ਹੈ ਬੰਦੇ ਕੋਲ, ਸੰਗੀਤ ਦੀ ਸੁਰ ਸਾਧਨਾ ਗਿਆਨ। ਰਾਗ ਗਾਵੇ ਬੰਦਾ, ਜਿੰਨਾ ਮਰਜ਼ੀ ਸੋਹਣਾ ਕੀਰਤਨ ਕਰੇ, ਇਹ ਤਾਂ ਬਾਹਰ ਦੀਆਂ ਗੱਲਾਂ। ਰੱਬ ਅੰਦਰ ਦੀਆਂ ਸੁਰਾਂ ਦੇਖਦਾ। ਜਿਹਨੂੰ ਉਹ ਸੁਰ ਲੱਭ ਗਈ ਨਾ ਜੀ ਉਹਦੇ ਨਾਮ ਦੀ, ਉਹ ਤਾਂ ਬਸ ਵਾਹਿਗੁਰੂ ਵਾਹਿਗੁਰੂ ਇੱਥੇ ਚੱਲ ਪਊ, ਉਹਨੇ ਕੁਛ ਨਹੀਂ ਲੈਣਾ ਦੁਨੀਆ। ਭਾਵ ਉਹ ਸੁਰ ਲੱਭਣੀ ਹੈ ਜੀ, ਜਿਹੜੀ ਜਦੋਂ ਵਜਾਈਏ ਆਪਾਂ ਉਹਨੂੰ ਸੁਣੀਏ। ਜੋ ਕੂੜ ਦੀ ਕੰਧ ਹੈ ਸਾਡੇ ਤੇ ਉਹਦੇ ਵਿਚਾਲੇ, ਉਹ ਟੁੱਟ ਜੇ ਉਹ ਸੁਰ ਨਾਲ, ਉਹ ਲੱਭਣਾ। ਹਾਂ ਬਾਹਰ ਦਾ ਜ਼ਰੂਰੀ ਹੈ, ਪਰ ਅੰਦਰ ਦਾ ਜਿਹੜਾ ਨਾ ਜੀ, ਉਹ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਲੱਖ ਕੋਈ ਬੰਦਾ ਕਥਾ ਕਰੇ, ਸੋਹਣੀ ਵਿਚਾਰ ਕਰੇ, ਕਵਿਸਰੀ ਵੀ ਕਰੀ ਜਾਵੇ, ਉਹ ਵਿਖਿਆ ਦੇ ਵਿੱਚ ਹੀ, ਮਾਇਆ ਵਿੱਚ ਹੀ ਸਮਾਏ ਰਹਿੰਦੇ ਨੇ, ਵਿਸ਼ੇ ਵਿਕਾਰਾਂ 'ਚ ਹੀ ਸਮਾਏ ਰਹਿੰਦੇ ਨੇ। ਉਹਨਾਂ ਦਾ ਧਿਆਨ ਕਿਧਰੇ ਹੋਰ ਹੁੰਦਾ। ਹੰਕਾਰ ਹੁੰਦਾ ਕਿ ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰ ਸਕਦਾ, ਮੇਰੇ ਵਰਗਾ ਕਿਸੇ ਦਾ ਗਲ ਨਹੀਂ ਘੁੰਮਦਾ, ਮੈਂ ਮਾਣ ਕਰੀ ਜਾਵਾਂ ਮੇਰੇ ਵਰਗੀ ਕੋਈ ਕਥਾ ਨਹੀਂ ਕਰਦਾ। ਦੁਨੀਆ ਆਈ ਇੱਥੇ, ਦੁਨੀਆ ਜਾ ਰਹੀ ਹੈ। ਜਿਸ ਆਸਣ ਹਮ ਬੈਠੇ ਕੀਤੇ ਵੈਸੇ ਗਏ, ਕਿੰਨੇ ਬਹਿ ਗਏ ਤੁਰ ਗਏ ਜੀ, ਹੋਰ ਵੀ ਬੜੇ ਤੁਰ ਜਾਣੇ ਨੇ, ਆ ਜਾਣੇ ਨੇ, ਚਲੇ ਜਾਣੇ, ਵਾਧੂ ਦੀ ਮੈਂ ਮੇਰੀ ਕਰਨੇ ਆਪਾਂ। ਇਹ ਤੇ ਉਹ ਵੀ ਆਏ ਤੇ ਚਲੇ ਗਏ, ਜਿਨ੍ਹਾਂ ਨੇ ਇੱਕ ਸੁਰ ਦੱਬੀ। ਇਕੱਠ ਹੋ ਜਾਂਦਾ ਲੋਕਾਂ ਦਾ, ਪਸ਼ੂ ਪੰਛੀ ਵੀ ਸੁਣਨ ਆ ਜਾਂਦੇ, ਇੰਨਾ ਰਸ। ਇਹ ਬਾਹਰ ਦੀਆਂ। ਪਰ ਜਿਤਨਾ ਸਮਾਂ ਪ੍ਰੇਮੀਓ, ਸਾਡੀ ਧੁਨ, ਸਾਡੀ ਰਾਗ ਵਿਦਿਆ, ਗਾਉਣਾ ਸੁਣਨਾ, ਉਹਨੂੰ ਨਹੀਂ ਨਾ ਸੁਣਦਾ, ਕਿਸੇ ਫਾਇਦੇ। ਭਾਵ ਉਹ ਪ੍ਰੇਮ ਨਾਲ ਨਹੀਂ ਸੁਣ। ਜਿਸ ਸੁਣ ਧਰੇ ਪਿਆਰ, ਪਿਆਰ ਨਾਲ ਸਾਡੇ ਵਚਨ ਸੁਣ ਲੈ। ਕਿਹੜੇ ਵਚਨ ਨੇ ਉਹ ਜੀ? ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਸਾਰੀਆਂ ਆਉਣੇ ਆਪਾਂ, ਕੋਈ ਗਾਉਂਦਾ, ਕੋਈ ਸੁਣਦਾ, ਕੋਈ ਸੁਣਾਉਂਦਾ। ਪਰ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਗਾਉਣਾ ਜਾਂ ਸੁਣਨਾ, ਸੁਣਾਉਣਾ ਉਹਨਾਂ ਦੇ ਹੀ ਪ੍ਰਵਾਨ ਹੁੰਦਾ ਜੀ, ਜਿਨ੍ਹਾਂ ਨੇ ਗੁਰੂ ਦੇ ਸੱਚੇ ਹੁਕਮ ਨੂੰ ਸੱਚ ਕਰਕੇ ਮੰਨ ਲਿਆ। ਜੇ ਮੰਨਿਆ ਹੀ ਨਹੀਂ, ਜੇ ਨਾ ਮੰਨਿਆ, ਲੱਖ ਗਾਈ ਜਾਵਾਂ, ਲੱਖ ਸੁਣਾਈ ਜਾਵਾਂ, ਲੱਖ ਕਥਾ ਮੈਂ ਕਰੀ ਜਾਵਾਂ, ਕਿਸੇ ਲੇਖੇ 'ਚ ਨਹੀਂ। ਤੇ ਅੱਗੇ ਮਹਾਰਾਜ ਕਹਿੰਦੇ ਆ, ਸਭ ਕਿਛ ਆਪੇ ਆਪ ਹੈ, ਦੂਜਾ ਅਵਰ ਨਾ ਕੋਇ। ਕਹਿੰਦੇ ਗੁਰਮੁਖਾਂ ਨੇ
ਇਸ ਗੱਲ ਨੂੰ ਸਮਝ ਲਿਆ ਭਾਈ ਕਿ ਇਹ ਨਾਮ ਤੇ ਰੂਪ ਪ੍ਰਪੰਚ ਜੋ ਵੀ ਆ ਨਾ, ਇਹ ਸਭ ਕੁਝ ਆਪਣੇ ਆਪ ਪਰਮੇਸ਼ਰ ਹੀ ਆ। ਇਹ ਗੁਰਮੁਖ ਬੁੱਝਦੇ ਆ, ਸਮਝ ਕਿਸੇ ਕਿਸੇ ਨੂੰ ਆਉਂਦੀ ਆ ਕਿ ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਸਾਡਾ ਕੀਤਾ ਕੁਛ ਵੀ ਨਹੀਂ ਹੁੰਦਾ, ਜੋ ਪਰਮਾਤਮਾ ਕਰਦਾ ਉਹੀ ਹੁੰਦਾ। ਇਹ ਸਮਝ ਕਿਸੇ ਕਿਸੇ ਨੂੰ ਪੈਂਦੀ ਆ। ਨਹੀਂ ਬੰਦਾ ਇਹ ਸੋਚਦਾ ਕਿ ਜਿੰਨਾ ਚੰਗਾ ਹੁੰਦਾ ਮੈਂ ਕਰਦਾ, ਮਾੜਾ ਹੁੰਦਾ ਕਿਸੇ ਨੇ ਕਰ ਦਿੱਤਾ, ਜਾਂ ਰੱਬ ਮਾੜਾ ਕਰਦਾ, ਰੱਬ ਨੇ ਵੈਰ ਕੱਢ ਲਿਆ, ਏਦਾਂ ਕਰਤਾ, ਉਹ ਕਰਤਾ, ਆਹ ਕਰਤਾ। ਇੱਥੇ ਉਹਦੀ ਆਹ ਵਿਚਾਰ ਹੁੰਦੀ ਆ। ਪਰ ਜਿਹੜਾ ਗੁਰਮੁਖ ਹੈ, ਗੁਰਮੁਖੋ ਉਹ ਸਮਝ ਜਾਂਦਾ ਹੈ ਸਭ ਕੁਛ ਆਪੇ ਆਪ ਹੈ। ਇਹ ਨਾਮ ਵੀ ਉਹ ਆਪ ਹੀ ਆ, ਆ ਰੂਪ ਪ੍ਰਪੰਚ ਜੋ ਵੀ ਆ ਉਹ ਵੀ ਆਪ ਹੀ ਆ। ਸਭ ਕੁਝ ਆਪਣੇ ਆਪ ਪਰਮੇਸ਼ਰ ਹੀ ਆ। ਉਹ ਤੋਂ ਬਿਨਾਂ ਕੋਈ ਹੋਰ ਦੂਜਾ ਵਰਨਾ ਕੋਈ ਹੋਰ ਦੂਜਾ ਨਹੀਂ। ਉਹ ਤੋਂ ਬਿਨਾਂ ਕੋਈ ਦੂਜਾ ਨਹੀਂ। ਤੁਝ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ। ਉਹ ਕਹਿੰਦੇ ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜਿਨ੍ਹਾਂ ਨੇ ਪਿਆਰ ਪਾ ਲਿਆ ਉਹਦੇ ਨਾਲ, ਉਹ ਆ ਘਾਟੀ ਤੇ ਆ ਜਾਂਦੇ ਨੇ। ਰੱਬਾ ਸਭ ਕੁਝ ਤੂੰ ਹੀ ਕਰਦਾ। ਸਿਆਣੇ ਕਹਿੰਦੇ ਆ ਜੀ ਨਾ ਜੀ, ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਆਪਣੇ ਇਤਨਾ ਵੱਡਾ ਸਰੀਰ ਤਾਂ ਹਿੱਲੂ ਕਿਵੇਂ? ਆਪੀ ਗਾਓ ਆਪੀ ਸੁਣ। ਉਹ ਆਪੀ ਗਾਉਂਦਾ ਹੈ, ਆਪੀ ਸੁਣਦਾ ਹੈ। ਭੇਦ ਨੇ, ਇਹਨੂੰ ਉਹਦੇ ਭੇਦ ਰੰਗ ਸਮਝ ਆ ਗਏ ਪ੍ਰੇਮੀ, ਉਹਦੇ ਨੇੜੇ ਪਹੁੰਚ ਜੂ, ਰੂਹ ਪਹੁੰਚ ਜਾਣੀ ਉਹਦੇ ਕੋਲ। ਨਹੀਂ ਬੜੇ ਭੁਲੇਖੇ ਨੇ, ਬੰਦਾ ਪ੍ਰਪੰਚ ਕਰਕੇ ਭਰਮਿਆ ਰਹਿੰਦਾ, ਭਟਕਦਾ ਰਹਿੰਦਾ। ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਵੇ। ਕਹਿੰਦੇ ਭਾਈ ਜਿਵੇਂ ਉਹ ਵਾਹਿਗੁਰੂ ਬੁਲਾਉਂਦਾ ਹੈ ਨਾ, ਜਿਵੇਂ ਉਹ ਬੁਲਾਉਂਦਾ ਹੈ, ਅਸੀਂ ਤਾਂ ਉਵੇਂ ਹੀ ਬੋਲਦੇ ਹਾਂ। ਇਹ ਦੁਨੀਆ ਦੇ ਲੋਕੋ, ਇਹ ਭਾਈ ਅਸੀਂ ਤਾਂ ਬੋਲਦੇ ਹੀ ਤਾਂ ਜੇ ਉਹ ਬੁਲਾਉਂਦਾ, ਉਹ ਬੋਲਣ ਦੀ ਸ਼ਕਤੀ ਦਿੰਦਾ ਹੈ। ਭਾਵ ਜੇਕਰ ਉਹ ਨਾ ਚਾਹੇ ਨਾ, ਰਸਨਾ ਦੇ ਹੁੰਦਿਆਂ ਵੀ ਬੰਦਾ ਨਹੀਂ ਬੋਲ ਸਕਦਾ। ਜਿਵੇਂ ਕਿ ਗੂੰਗੇ ਪੁਰਸ਼ਾਂ ਵਾਲਾ ਜਦੋਂ ਵੇਖਾਂਗੇ ਨਾ, ਜਿਨ੍ਹਾਂ ਕੋਲ ਜਨਮ ਤੋਂ ਬੋਲਣ ਦੀ ਜੀਵ ਤਾਂ ਹੈਗੀ ਆ ਉਹਨਾਂ ਕੋਲ ਜੀ, ਜੀਵ ਤਾਂ ਹੈਗੀ ਆ, ਪਰ ਬੋਲਿਆ ਨਹੀਂ ਜਾਂਦਾ। ਜਿਨ੍ਹਾਂ ਨੂੰ ਨਹੀਂ ਉਹਨੇ ਸ਼ਕਤੀ, ਕਰਮ ਨੇ ਬੰਦੇ ਦੇ, ਕੋਈ ਕੀਤੇ ਹੋਣਗੇ। ਰੱਬ ਨਾ ਕਰੇ ਏਦਾਂ ਕਿਸੇ ਦੇ ਹੋਵੇ, ਪਰ ਕਰਮਾਂ ਦੇ ਸੌਦੇ ਆ ਜੀ। ਜਿਵੇਂ ਦੇ ਕੀਤੇ ਹੋਏ ਆ ਉਵੇਂ ਦੇ ਪਾ ਰਹੇ ਆ, ਭੁਗਤ ਰਹੇ ਆ। ਹੁਣ ਉਹਨਾਂ ਕੋਲ ਸ਼ਕਤੀ ਨਹੀਂ ਬੋਲਣ ਦੀ, ਜੀਵ ਹੈ ਬਸ ਕਰਨਗੇ, ਇਸ਼ਾਰੇ ਦੱਸੇ। ਸਾਨੂੰ ਮਸਾਂ ਸਮਝ ਆਉਂਦੀ ਆ, ਤੇ ਸਾਡੇ ਕੋਲ ਹੈ ਸ਼ਕਤੀ, ਇਹ ਵੀ ਉਸੇ ਨੇ ਦਿੱਤੀ ਆ। ਤੇ ਗੱਲ ਛੱਡੋ, ਕਈ ਵਾਰ ਗਲਾ ਵਹਿ ਜੇ, ਸਾਡਾ ਵਹਿ ਜਾਂਦਾ ਨਾ, ਗਲਾ ਖਰਾਬ ਹੋ ਜੇ, ਆਵਾਜ਼ ਹੀ ਨਹੀਂ ਨਿਕਲਦੀ। ਜੀਭ ਵੀ ਹੁੰਦੀ ਹੈ, ਆ ਸਾਡਾ ਗਲਾ ਵੀ ਹੁੰਦਾ, ਨਾਲੇ ਹੁੰਦਾ ਸਭ ਕੁਛ, ਆਵਾਜ਼ ਕਿਉਂ ਨਹੀਂ ਨਿਕਲਦੀ? ਕਿਉਂਕਿ ਅੰਦਰ ਗੜਬੜ ਹੋ ਗਈ। ਸਾਹ ਵੀ ਆਉਂਦਾ ਹੈ, ਪਰ ਬੋਲਿਆ ਨਹੀਂ ਜਾਂਦਾ। ਕੀ ਭੇਦ ਨੇ ਉਹ ਮਾਲਕ ਦੇ, ਉਹ ਤਾਂ ਉਹੀ ਜਾਣੇ ਜੀ। ਇੰਨਾ ਬੰਦੇ 'ਚ ਜ਼ੋਰ ਨਹੀਂ, ਜਿੰਨਾ ਟਾਈਮ ਉਹ ਗਲਾ ਸੂਤ ਨਹੀਂ ਨਾ ਹੁੰਦਾ, ਠੀਕ ਨਹੀਂ ਹੁੰਦਾ, ਆਵਾਜ਼ ਨਹੀਂ ਨਿਕਲਦੀ। ਲੱਖ ਦਵਾਈਆਂ ਲਈ ਜਾਈਏ, ਹੌਲੀ 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 ਸੈੱਟ ਹੋਣਾ ਕੰਮ ਜੀ, ਹੌਲੀ ਹੌਲੀ ਸੈੱਟ ਹੋਊਗਾ। ਆ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਗਿਆ, ਗਲ ਸੂਤ ਨਹੀਂ। ਚੀਸ ਪੈਂਦੀ ਆ, ਦਰਦ ਹੁੰਦਾ ਜਦੋਂ ਬੋਲਦਾ, ਅੰਦਰ ਖਿੱਚ ਪੈਂਦੀ। ਹੁਣ ਮੇਰਾ ਕਿਹੜਾ ਜੀ ਨਹੀਂ ਕਰਦਾ ਮੈਂ ਪ੍ਰੋਪਰ ਜ਼ੋਰ ਲਾਵਾਂ, ਵਧੀਆ ਆਵਾਜ਼ ਨਿਕਲੇ, ਪਰ ਨਹੀਂ, ਸਿਸਟਮ 'ਚ ਕੋਈ ਖਰਾਬੀ ਹੋ ਜਾਂਦੀ, ਗੜਬੜ ਹੋ ਜਾਂਦੀ।
ਆਪਣੇ ਹੱਥ ਕੁਛ ਨਹੀਂ ਜੀ। ਸੁਰਹੋ ਵਿਚਾਰ, ਜਿਨ੍ਹਾਂ ਕੋਲ ਬੋਲਣ ਦੀ ਸ਼ਕਤੀ ਨਹੀਂ, ਉਹ ਕਿਵੇਂ ਬੋਲ ਲੈਣਗੇ। ਉਹ ਆਪੀ ਗਾਉਂਦਾ ਬੁਲਾਉਂਦਾ ਵੀ, ਜਿਉਂ ਬੁਲਾਵੇ ਤਾਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਉਹ ਕਹਿੰਦੇ ਭਾਈ, ਉਹ ਜਿਵੇਂ ਬੁਲਾਉਂਦਾ ਨਾ ਬੰਦਾ ਉਵੇਂ ਬੋਲਦਾ। ਕਈ ਵਾਰ ਜੀਵ ਦੇ ਹੁੰਦਿਆਂ ਵੀ ਬੰਦਾ ਨਹੀਂ ਬੋਲ ਸਕਦਾ। ਉਹ ਐਸੀ ਖੇਡ ਵਰਤਾ ਦਿੰਦਾ। ਕਦੇ ਮਾਲਕ ਹੰਕਾਰੀ ਜਾਂ ਬਣਦਾ ਨਾ ਜਦੋਂ ਬੰਦਾ, ਕਿ ਮੈਂ ਮੇਰੀ ਵਾਰੀ ਆਉਣ ਦੋ, ਮੈਂ ਏਦਾਂ ਬੋਲੂ, ਮੈਂ ਆਹ ਕਹੂੰ ਆਹ ਕਹੂੰ, ਉਹ ਬੋਲਣ ਜੋਗਰੀ ਨਹੀਂ ਰਹਿੰਦਾ ਜੀ। ਆਵਾਜ਼ ਹੀ ਨਹੀਂ ਨਿਕਲਦੀ। ਹੰਕਾਰ ਮਿੰਟ 'ਚ ਤੋੜ ਦਿੰਦਾ। ਉਹਦਾ ਹੁਕਮ ਨਹੀਂ। ਜਿੰਨਾ ਸਮਾਂ ਹੁੰਦਾ ਨਾ, ਅਸੀਂ ਨਹੀਂ ਬੋਲ ਸਕਦੇ। ਤੇ ਮਹਾਰਾਜ ਕਹਿੰਦੇ ਆ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਵੇ। ਕਹਿੰਦੇ ਗੁਰਮੁਖਾਂ ਦੀ ਬਾਣੀ 'ਚ ਤਾਂ ਬ੍ਰਹਮ ਹੀ ਵਸਿਆ ਹੁੰਦਾ ਹੈ। ਜੋ ਗੁਰਮੁਖ ਨੇ, ਤਤ ਵੇਤੇ ਜਿਹੜੇ ਆ, ਉਹਨਾਂ ਦੀ ਬਾਣੀ 'ਚ ਰੱਬ ਵਸਿਆ ਹੁੰਦਾ ਹੈ, ਬ੍ਰਹਮ ਵਸਿਆ ਹੁੰਦਾ ਹੈ। ਭਾਵ ਹਰ ਵਕਤ ਬ੍ਰਹਮ ਦੀ ਹੀ ਬਾਣੀ ਉਹ ਬੋਲਦੇ ਨੇ। ਉਹਨਾਂ ਦਾ ਜਿਹੜਾ ਬੋਲਣਾ ਹੁੰਦਾ ਨਾ ਜੀ, ਉਹ ਪਰਮੇਸ਼ਰ ਦੇ ਉਪਦੇਸ਼ ਹੁੰਦੇ ਨੇ, ਪਰਮੇਸ਼ਰ ਦਾ ਗਿਆਨ ਹੁੰਦਾ ਹੈ। ਤੇ ਉਹਨਾਂ ਦੇ ਸ਼ਬਦ ਉਪਦੇਸ਼ ਜਿਹੜੇ ਆ, ਉਹਦੇ ਦੁਆਰਾ ਬ੍ਰਹਮ ਦਾ ਮਿਲਾਵਾ, ਭਾਵ ਉਹਦਾ ਮਿਲਾਪ ਜਿਹੜਾ ਉਹ ਹੁੰਦਾ ਹੈ। ਉਹਨਾਂ ਦੇ ਉਹ ਐਸੇ ਮਿਲ ਜਾਂਦੇ ਆ ਜੀ। ਕਈ ਸਾਡੇ ਨਾਲ ਵਰਤੇ ਹੋਣਗੇ ਇਹ ਹਾਲਤ ਜਿਹੜੇ ਨੇ, ਹਾਲਾਤ ਜਿਹੜੇ ਨੇ, ਕਈ ਵਾਰ ਭਾਣੇ ਵਰਤੇ ਨੇ ਸਾਡੇ ਨਾਲ, ਪਰ ਸਾਨੂੰ ਬਾਅਦ 'ਚ ਪਤਾ ਲੱਗਦਾ ਕੋਈ ਮਿਲਿਆ ਸੀ। ਧਿਆਨ ਨਾਲ ਸੁਣਿਓ ਬੇਨਤੀ, ਕੋਈ ਮਿਲ ਜਾਂਦਾ ਰੱਬ ਦਾ ਪਿਆਰਾ ਐਸਾ, ਉਹ ਵਿਚਾਰਾਂ ਕਰੇਗਾ ਨਾ ਰੱਬ ਦੀ, ਤੁਹਾਨੂੰ ਬੈਠਿਆਂ ਨੂੰ ਉਹਨੇ ਸਕਿੰਟਾਂ ਦੇ ਹਿਸਾਬ ਨਾਲ ਤੁਹਾਡੀ ਸੁਰਤ ਉਹਦੇ ਵੱਲ ਨੂੰ ਲੈ ਜਾਣੀ। ਰੋਮ ਸਾਡਾ ਸਹਿਮ ਜਾਂਦਾ ਹੈ, ਜੁੜ ਜਾਂਦਾ, ਸਕੂਨ ਜਿਹਾ ਆ ਜਾਂਦਾ ਅੰਦਰ ਉਹਦੀ ਸੰਗਤ ਕਰਨ ਦੇ ਨਾਲ ਹੀ। ਇਹ ਕਿਸੇ ਨੂੰ ਵਾਪਰਦੀ ਹੈ ਘਾਟੀ, ਕਿਸੇ ਨੂੰ ਹੁੰਦਾ ਹੈ। ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਮਾਂ ਪ੍ਰਾਪਤ ਕੋਈ ਮਿਲ ਜਾਂਦਾ, ਕਈ ਵਾਰ ਮਿਲ ਜਾਂਦਾ। ਤੇ ਕੀ ਆਪਾਂ ਨੇ ਕੀ ਲੈਣਾ ਇੱਥੋਂ, ਕੀ ਬਹਿਣਾ ਇਹਦੇ ਕੋਲੇ। ਗੁਰਮੁਖੋ, ਜੋ ਕੋਈ ਮਿਲਦਾ ਨਾ ਤਤ ਵੇਤਾ, ਬ੍ਰਹਮ ਵਾਲੇ, ਰੱਬ ਨਾਲ ਮਿਲੀਆਂ ਹੋਈਆਂ ਰੂਹਾਂ ਜੇ ਕੋਈ ਮਿਲਦੀਆਂ ਨੇ ਕਦੇ, ਸਮਾਂ ਖੰਝਾਓ ਨਾ, ਉਹਨੂੰ ਮਿਲ ਕੇ ਤੁਹਾਡੇ ਤੇ ਕਿਰਪਾ ਵਰਸ਼ਣੀ ਸ਼ੁਰੂ ਹੋ ਜਾਏਗੀ। ਬਸ ਉਹਨਾਂ ਨੇ ਰਾਹ ਦੱਸਣਾ, ਐਸਾ ਉਹਨਾਂ ਨੇ ਤੁਣਕਾ ਮਾਰਨਾ ਸਾਡੇ ਅੰਦਰ ਵਿਚਾਰ ਦਾ, ਇੱਕ ਸਕਿੰਟ 'ਚ ਮਨ ਸਮਝ ਜਾਂਦਾ। ਉਹਨਾਂ ਦੇ ਉਹ ਬਖਸ਼ੇ ਹੁੰਦੇ ਆ ਜੀ ਪਰਮੇਸ਼ਰ ਦੇ। ਕੋਈ ਬਖਸ਼ਿਆ ਹੋਇਆ ਮਿਲੇ, ਉਹ ਸਾਡੇ ਤੇ ਵੀ ਮਿਹਰ ਹੋ ਜਾਂਦੀ ਹੈ। ਪਰ ਦੁੱਖ ਦੀ ਗੱਲ, ਅਸੀਂ ਉਹਦੇ ਨੇੜੇ ਨਹੀਂ ਜਾਣਾ ਚਾਹੁੰਦੇ, ਅਸੀਂ ਮਿਲਣ ਹੀ ਨਹੀਂ ਚਾਹੁੰਦੇ ਉਹਨੂੰ। ਇਹ ਕਿਰਪਾ ਕੀਤੀ ਹੁੰਦੀ ਹੈ। ਇਹ ਨਹੀਂ ਕਿ ਵਧੀਆ ਸੋਹਣੇ ਕੱਪੜੇ ਪਾਏ ਆ ਬੰਦੇ, ਉਸੇ ਦੀ ਕਿਰਪਾ ਹੁੰਦੀ ਹੈ ਜੀ। ਵੱਡੇ ਚੋਲੇ ਵਾਲਾ ਸੰਤ, ਗੋਟੇ ਲਾਏ ਆ, ਚੰਗੇ ਸੈਂਟ ਛਿੜਕੇ ਆ, ਵੱਡੀ ਗੱਡੀ ਹੈ, ਅਸੀਂ ਉੱਥੇ ਵੜ ਗਏ। ਹੁਣ ਗੁਰੂ ਨਾਨਕ ਨੇ ਕਿਹੜੀ ਫੋਰਚੂਨਰ ਰੱਖੀ ਆ ਬਈ, ਸਮਾਂ ਸੀ ਨਾ। ਇਹ ਤਾਂ ਚਲੋ ਫੋਟੋਆਂ ਦੇ ਤਸਵੀਰ ਉਹ ਬਣਾਈ ਹੋਈ ਆ ਵੀ ਏਦਾਂ ਦੇ ਸੀ ਏਦਾਂ ਦੇ ਸੀ। ਸੋਭਾ ਸਿੰਘ ਨੇ ਉਹਦੀ ਮਹਾਰਾਜ ਦੀ ਭਾਵਨਾ ਰੱਖ ਕੇ ਉਦਾਂ ਦਾ ਉਹਨਾਂ ਦਾ ਸਰੂਪ ਬਣਾ ਦਿੱਤਾ। ਪਰ ਆਪਾਂ ਨੇ ਦੇਖੇ ਨੇ ਵੀ ਅਸਲੀ ਕਿੱਦਾਂ ਦੇ ਸੀ, ਉਹ ਵਾਜਾਂ ਵਾਲੇ ਕਿੱਦਾਂ ਦੇ ਸੀ, ਕਿਸੇ ਨੂੰ ਪਤਾ? ਉਹ ਤਾਂ ਤਸਵੀਰਾਂ ਉਹਨਾਂ ਦੇ ਸਾਹਮਣੇ ਰੱਖ ਕੇ ਵੀ ਏਦਾਂ ਦੇ ਸੀ ਗੁਰੂ ਨਾਨਕ ਸਾਹਿਬ ਜੀ, ਵਾਜਾਂ ਵਾਲੇ ਸੰਤ ਸਿਪਾਹੀ ਸੀ, ਉਹਨਾਂ ਨੇ ਉਹ ਉਦਾਂ ਦੇ ਬਣਾਤੇ। ਇਹ ਨਹੀਂ ਹੁੰਦਾ, ਉਹ ਇੱਕ ਭਾਵਨਾ ਹੈ। ਹੁਣ ਕਿਹੋ ਜਿਹਾ ਹੋਏਗਾ ਉਹਨਾਂ ਦਾ, ਉਹ ਤਾਂ ਬਸ ਉਹੀ ਜਾਣਗੇ। ਅੱਜ ਵੀ ਜੇ ਅਸੀਂ ਚਾਹੀਏ ਨਾ, ਸੰਕਲਪ ਜਦੋਂ ਰੱਖਾਂਗੇ ਉਹਨੂੰ ਮਿਲਣ ਦੇ, ਉਹਨੇ ਦਰਸ਼ਨ ਦੇ ਦੇਣੇ ਨੇ, ਮਿਲ ਜੂਗਾ ਜੀ ਉਹ। ਫਿਰ ਉੱਥੇ ਬੰਦਾ ਦੱਸਣ ਜੋਗਰਾ ਨਹੀਂ ਰਹਿੰਦਾ ਜੀ ਕਿੱਦਾਂ ਦਾ ਮਾਲਕ ਪਰਮੇਸ਼ਰ। ਗੁਰੂ ਨਾਨਕ ਸ਼ਬਦ ਸਰੂਪ ਨੇ, ਵਾਜਾਂ ਵਾਲੇ ਸ਼ਬਦ ਸਰੂਪ ਨੇ, ਅੱਜ ਵੀ ਸਾਡੇ ਸਾਹਮਣੇ ਨੇ।
ਸਰੋਹ ਵਿਚਾਰ। ਕੋਈ ਰੱਬ ਦਾ ਪਿਆਰਾ ਮਿਲਦਾ ਨਾ ਜੀ, ਉਹਨੇ ਰੱਬ ਨਾਲ ਮੇਲ ਦੇਣਾ। ਐਸੀ ਕਿਰਪਾ ਕਰਨੀ। ਬੈਠੇ ਬੈਠਿਆਂ ਦੀ ਸਾਡੇ ਅੰਦਰ ਐਸਾ ਤੁਣਕਾ ਮਾਰਨਾ ਨਾਮ ਦਾ, ਬਾਣੀ ਦਾ, ਸ਼ਬਦ ਦਾ, ਸਾਡੀ ਬਿਰਤੀ ਮਾੜੇ ਪਾਸੇ ਵੱਲੋਂ ਟੁੱਟ ਕੇ ਸਿੱਧੇ ਪਾਸੇ ਜੁੜ ਜਾਏਗੀ ਨਾਲ ਦੀ ਨਾਲ। ਪਰ ਉਹਦਾ ਸੰਗ ਕਰਨਾ ਪੈਣਾ। ਰੱਬ ਦਾ ਪਿਆਰਾ ਸਾਧੂ ਪਹਿਲਾਂ ਤਾਂ ਲੱਭਣਾ ਨਹੀਂ, ਜੇ ਲੱਭ ਗਿਆ ਜੋ ਉਹਨੇ ਦੇਣਾ ਹੈ ਸਾਥੋਂ ਲੈ ਨਹੀਂ ਹੋਣਾ, ਜੇ ਲੈ ਵੀ ਲਿਆ ਸਾਥੋਂ ਕਮਾ ਨਹੀਂ ਹੋਣਾ। ਜੇ ਕੋਈ ਉਹ ਸਾਧਨਾ ਦੱਸੂ, ਕੋਈ ਸਾਧਨ ਦੱਸੂਗਾ, ਕੋਈ ਨੁਕਤਾ ਦੱਸੂਗਾ, ਉਹ ਛੱਡ ਪਰਾਂ ਕੀ ਹੈ, ਇੱਥੇ ਨਹੀਂ। ਸੋ ਜੁੜੀਏ। ਉਹ ਕਹਿੰਦੇ ਸ਼ਬਦ ਮਿਲਾਵਾ ਹੋਏ, ਉਹਨੇ ਸ਼ਬਦ ਦੁਆਰਾ ਹੀ ਬ੍ਰਹਮ ਦਾ ਮਿਲਾਪ ਕਰਾ ਦੇਣਾ। ਨਾਨਕ ਨਾਮ ਸਮਾਲ ਤੂੰ, ਜਿਤ ਸੇਵਿਐ ਸੁਖ ਹੋਏ। ਮਹਾਰਾਜ ਕਹਿੰਦੇ ਆ ਉਸ ਵਾਹਿਗੁਰੂ ਦੇ ਨਾਮ ਨੂੰ ਵੀ ਸੰਭਾਲਣਾ ਕਰ। ਸੰਭਾਲਣਾ ਕਹੀਏ ਸਾਸ ਸਾਸ ਸਿਮਰਨਾ। ਸੰਭਾਲਣਾ ਵੀ ਆਪਾਂ ਨੂੰ ਸਾਂਭੀਏ ਨਹੀਂ, ਸੰਭਾਲਣਾ ਅੰਦਰ ਉਹ ਕੁਛ ਹੋਰ ਘੱਟ ਹੀ ਆ। ਜਿਸ ਵਾਹਿਗੁਰੂ ਦੇ ਸਿਮਰਨ ਕੀਤਿਆਂ, ਸੇਵਨੇ ਕਰਕੇ, ਸਿਮਰਨ ਕਰਕੇ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਜਿਤ ਸੇਵਿਆ ਸੁਖ ਹੋਏ। ਜਿਹਨੂੰ ਸਿਮਰਨ ਕੇ, ਸਿਮਰ ਕੇ ਸਾਨੂੰ ਸੁਖ ਮਿਲਣਾ ਜੀ। ਉਹ ਸ਼ਬਦ ਨੂੰ, ਸਿਫਤ ਸਲਾਹ ਨੂੰ, ਪਰਮੇਸ਼ਰ ਦੇ ਨਾਮ ਨੂੰ ਸੰਭਾਲੀਏ ਆਪਾਂ, ਜਿਹੜਾ ਸਾਨੂੰ ਹਰ ਇੱਕ ਸਵਾਸ ਦੇ ਨਾਲ ਰੱਖ ਰਿਹਾ। ਪ੍ਰੇਮੀਓ, ਸਾਡੀ ਰੱਖਿਆ ਕਰਦਾ, ਪ੍ਰਤਪਾਲਣਾ ਕਰਦਾ ਸਾਡੀ। ਉਹਨੂੰ ਧਿਆਈਏ, ਉਹਨੂੰ ਜਪੀਏ। ਨਾਮ ਹੀ ਜ਼ਿੰਦਗੀ ਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਜੀਵਨ ਜਿਹੜਾ ਪ੍ਰੇਮੀਓ ਆ ਸਤ ਸੰਗਤ ਵਿੱਚ ਆ ਕੀ ਬਣਦਾ। ਸੋ ਯਤਨ ਕਰੀਏ ਗੁਰੂ ਦੀ ਬਾਣੀ ਅਨੁਸਾਰ ਜ਼ਿੰਦਗੀ ਜਿਉਣ, ਜੀਵਨ ਜਿਉਣ, ਕਿ ਜੀਵਨ ਆਪਾਂ ਗੁਰਬਾਣੀ ਅਨੁਸਾਰ ਹੀ ਜਿਉਈਏ। ਤਾਂ ਹੀ ਮਹਾਰਾਜ ਇਤਨਾ ਖਜ਼ਾਨਾ, ਇਤਨੀ ਬਾਣੀ ਸਾਨੂੰ ਦੇ ਕੇ ਗਏ ਆ। ਬਿਰਲੇ ਬਿਰਲੇ ਨੇ ਜਿਹੜੇ ਗੁਰਬਾਣੀ ਅਨੁਸਾਰ ਜੀਵਨ ਜਿਉਂਦੇ ਨੇ। ਨਹੀਂ ਔਖਾ ਬੜਾ, ਕਲਯੁਗ ਹੈ, ਬੜਾ ਚੜ ਚੜ ਆਉਂਦਾ। ਤਾਂ ਉਹ ਕਿਰਪਾ ਰੱਖੇ ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਇੰਨਾ ਹੰਕਾਰੀ ਹੈ, ਜੇ ਪੂਰਨ ਕਿਰਪਾ ਉਹਦੀ ਹੋਊਗੀ ਨਾ ਤਾਂ ਕਿਤੇ ਗੱਲ ਬਣੇ। ਇੱਥੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿ ਗਏ ਭਾਈ ਕਿ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮਨ ਇਤਨਾ ਹੰਕਾਰੀ ਹੈ, ਇਤਨਾ ਬੇਈਮਾਨ ਹੈ ਕਿ ਬੜੇ ਯਤਨ ਕੀਤੇ, ਮਨ ਦਾ ਹੰਕਾਰ ਮਿਟਦੇ ਹੀ ਨਹੀਂ। ਮਾਨ ਮੁਨੀ ਮੁਨ ਬਰਗਲੇ, ਮਾਨ ਸਵੈ ਕੋ ਖਾਏ। ਮਨ ਦੇ ਮਾਣ ਨੇ ਬੜੇ ਵੱਡੇ ਮੁਨੀ, ਮੁਨੀਵਰ ਰਿਸ਼ੀ ਮੁਨੀ, ਉਹ ਵੀ ਖਾ ਲੇ। ਆਪਾਂ ਕੌਣ ਆ? ਸਾਡਾ ਤਾਂ ਪੈਰ ਪੈਰ ਤੇ ਮਨ ਡੋਲਦਾ। ਯਤਨ ਕਰੀਏ ਪ੍ਰੇਮੀਓ, ਮਨ ਡੋਲੇ। ਸੋ ਆਓ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਜੀ ਇੱਥੇ ਸਮਾਪਤ ਹੈ।